अस्सलाम वालेकुम। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ ਤੁਸੀਂ ਸਾਰੇ? ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਤੇ ਮਹਿਕਮਾ ਮੌਸਮੀਆਤ ਪਹਿਲੇ ਦੱਸ ਦਿੰਦੇ ਆ ਤੁਹਾਨੂੰ ਕਿ ਬੜੀਆਂ ਸ਼ਦੀਦ ਹਵਾਵਾਂ ਚੱਲ ਰਹੀਆਂ ਨੇ ਬਾਹਰ, ਸ਼ਦੀਦ ਕਿਸਮ ਦੀ ਠੰਡ ਏ ਤੇ ਇਹ ਹੋ ਰਿਹਾ ਕਿ ਸ਼ਾਇਦ ਵੀ ਬਰਫ਼ਬਾਰੀ ਵੀ ਦੁਬਾਰਾ ਹੋ ਜਾਵੇ। ਹੁਣ ਦੱਸੋ, ਇੰਨੀ ਠੰਡ ਏ ਤੇ ਬੈਠੇ ਅੰਦਰ ਦੁਪੱਕੇ ਤੇ ਮੈਂ ਜੇ ਇਸ ਤੋਂ ਜ਼ਿਆਦਾਤਰ ਕੰਮ ਸ਼ਮ ਕਰਕੇ ਰੂਮ ਵਿੱਚ ਆ ਜਾਂਦੀ ਹਾਂ ਕਿ ਇੱਥੇ ਬਈ ਇਹਦਾ ਨਿੱਘ ਆ ਜਾਂਦਾ, ਰਜ਼ਾਈ ਲੈ ਲਈਦੀ ਉੱਪਰ ਤੇ ਨਾਲ ਨਾਲ ਨਿੱਘ ਆ ਜਾਂਦਾ ਵੇ। ਤੇ ਸ਼ਦੀਦ ਸਰਦੀ ਦਾ ਸੀਜ਼ਨ ਸ਼ੁਰੂ ਹੈ। ਹੁਣ ਕੋਈ ਮਜ਼ਾਕ ਨਹੀਂ ਕਿ ਕੋਈ ਗਰਮੀ ਹੋਏਗੀ ਜਾਂ ਕੁਝ ਹੋਏਗੀ, ਬਸ ਹੁਣ ਸਰਦੀ ਹੀ ਸਰਦੀ ਚੱਲਣੀ ਹੈ। ਤੇ ਅੱਜ ਅਸੀਂ ਨਾਯਾਬ ਜ਼ਮਾਨਿਆਂ ਦੇ ਹਵਾਲੇ ਦੇ ਨਾਲ ਗੱਲ ਕਰਨੇ ਆ ਕਿ ਪੁਰਾਣਿਆਂ ਜ਼ਮਾਨਿਆਂ ਵਿੱਚ ਜਿਵੇਂ ਸਾਡੀਆਂ ਨਾਨੀਆਂ ਦਾਦੀਆਂ ਦਾ ਜਿਹੜਾ ਜ਼ਮਾਨਾ ਸੀ, ਉਹ ਅਸੀਂ ਵੀ ਕਦੀਮ ਹੈਗੇ ਆ, ਭਾਵੇਂ ਇੰਨੇ ਕਦੀਮ ਨਹੀਂ ਆ। ਮੈਂ ਆਪਣੇ ਨਾਨੀ ਦਾਦੀ ਦੇ ਜਿਹੜੇ ਮੇਰੇ ਜ਼ਿਹਨ ਵਿੱਚ ਹਫ਼ਤਿਆਂ ਵਿੱਚ ਜਿਹੜੀਆਂ ਗੱਲਾਂ ਨੇ ਨਾ ਉਹਨਾਂ ਦੀਆਂ, ਉਹ ਮੈਂ ਤੁਹਾਨੂੰ ਦੱਸਦੀ ਹਾਂ। ਉਹ ਕਿਸ ਤਰ੍ਹਾਂ ਦੇ ਕੱਪੜੇ, ਉਸ ਜ਼ਮਾਨੇ ਦੇ ਬਜ਼ੁਰਗ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਸਨ ਤੇ ਕਿਸ ਤਰ੍ਹਾਂ ਦੇ ਮਤਲਬ ਉਹ ਉਹਨਾਂ ਦੇ ਹੁੰਦਾ ਸੀ ਕਿ ਜਿਹੜੇ ਮੈਂ ਆਪਣੇ ਦਾਦਾ ਜੀ ਤੇ ਨਹੀਂ ਦੇਖੇ, ਲੇਕਿਨ ਚਲੋ ਅਸੀਂ ਜਾਣਦੇ ਹੁੰਦੇ ਸਾਂ ਉੱਥੇ ਮੇਰੇ ਦਾਦਾ ਜੀ ਦੇ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ ਸਾਨੂੰ ਬਜ਼ੁਰਗ ਨਜ਼ਰ ਤੇ ਆਉਂਦੇ ਹੁੰਦੇ ਸਨ ਨਾ। ਤੇ ਉਹ ਜ਼ਿਆਦਾਤਰ ਬੰਦਿਆਂ ਨੇ ਲਾਚੇ ਪਾਏ ਹੁੰਦੇ ਸਨ। ਧੋਤੀ ਵੀ ਕਹਿੰਦੇ ਨੇ, ਲਾਚਾ ਵੀ ਕਹਿੰਦੇ ਨੇ। ਤੇ ਧੋਤੀ ਐਸਾ ਗੜੂਸਾ ਮਾਰ ਲੈਂਦੇ ਸਨ ਉਹਨੂੰ, ਚਿੱਟੇ ਰੰਗ ਦੀ ਧੋਤੀ ਹੁੰਦੀ ਸੀ ਤੇ ਉੱਤੇ ਚਿੱਟਾ ਜਿਹੜਾ ਪੱਗ, ਕਿ ਉਹ ਐਸਾ ਕੱਪੜਾ ਵਲੇਟਦੇ ਸਨ। ਪੱਗ ਵੀ ਬੜੀ ਲਾਜ਼ਮੀ ਹੁੰਦੀ ਸੀ ਕਿ ਸਿਰ ਨੂੰ ਮੇਰਾ ਖਿਆਲ ਗਰਮੀ ਤੋਂ ਬਚਾਉਣ ਵਾਸਤੇ ਰੱਖਦੇ ਸਨ, ਇਹ ਕਿ ਬਸ ਸਿਰ ਜ਼ਰੂਰ ਬੰਦੇ ਵੀ ਵਲੇਟਦੇ ਸਨ ਕਿ ਬਈ ਸਿਰ ਨੂੰ ਕਰਕੇ ਸਿਰ ਦੇ ਉੱਤੇ ਸਾਫਾ ਜਾਂ ਕੋਈ ਪੱਗ ਜਾਂ ਕੋਈ ਚੀਜ਼ ਐਸਾ ਲਵੇਟਦੇ ਜ਼ਰੂਰ ਸਨ ਜ਼ਿਆਦਾਤਰ ਬੰਦੇ ਉਸ ਜ਼ਮਾਨੇ ਦੇ। ਤੇ ਉਸ ਤੋਂ ਬਾਅਦ ਵਿੱਚ ਕੁੜਤਾ ਹੁੰਦਾ ਸੀ, ਕੋਈ ਹਲਕੇ ਜਿਹੇ ਰੰਗ ਦਾ ਜਾਂ ਚਿੱਟੇ ਰੰਗ ਦਾ ਹੀ। ਜ਼ਿਆਦਾਤਰ ਲੋਕ ਚਿੱਟਾ ਰੰਗ ਇਸਤੇਮਾਲ ਕਰਦੇ ਸਨ ਕੱਪੜਿਆਂ ਵਿੱਚ। ਮਰਦ ਜ਼ਿਆਦਾਤਰ ਸਫੇਦ ਰੰਗ ਇਸਤੇਮਾਲ ਹੁੰਦਾ ਸੀ ਤੇ ਬਾਕੀ ਉਹ ਥੱਲੇ ਧੋਤੀ ਤੇ ਇੱਥੇ ਖੀਸੇ ਲੱਗੇ ਹੋਏ ਸਭ ਬੋਝੇ ਜਿਹੜੇ ਦੋਨੋਂ ਪਾਸੇ। ਤੇ ਬਈ ਚਲੋ ਉਹ ਇਹ ਉਹਨਾਂ ਦਾ ਹੁਲੀਆ ਹੁੰਦਾ ਸੀ। ਇੱਕ ਬਹੁਤ ਜ਼ਿਆਦਾ ਵਿਚਾਰੇ ਥੱਲੇ ਪੈਰ 'ਚ ਸਾਦੀ ਜਿਹੀ ਜੁੱਤੀ ਹੁੰਦੀ ਸੀ ਤੇ ਸਭ ਕੁਝ। ਤੇ ਮੈਨੂੰ ਆਪਣੀ ਦਾਦੀ ਦਾ ਵੀ ਯਾਦ ਹੈ, ਜੋ ਜ਼ਿਹਨ ਵਿੱਚ ਜੋ ਯਾਦਦਾਸ਼ਤਾਂ ਨੇ, ਕਿ ਮੇਰੀ ਦਾਦੀ ਵੀ ਜਿਹੜਾ ਨਾ ਉਹ ਚਿੱਟੀ ਸ਼ਲਵਾਰ ਹੁੰਦੀ ਸੀ ਉਹਨਾਂ ਦੀ ਤੇ ਚਿੱਟਾ ਦੁਪੱਟਾ ਤੇ ਵਿੱਚ ਫੁੱਲਾਂ ਵਾਲੀ ਕਮੀਜ਼ ਹੁੰਦੀ ਸੀ। ਕੋਈ ਸਫਿਆਨਾ ਜਿਹੇ ਰੰਗ ਦੀਆਂ ਕਮੀਜ਼ਾਂ ਹੁੰਦੀਆਂ ਸਨ ਤੇ ਉਹ ਇਹ ਗਲਾ, ਅੱਜ ਕੱਲ੍ਹ ਜਿਵੇਂ ਗਲਾ ਚਲਿਆ ਹੋਇਆ ਨਾ ਇਸ ਤਰ੍ਹਾਂ ਕਰਕੇ ਬੰਦ ਕਾਲਰ ਟਾਈਪ ਦਾ, ਉਹ ਗਲਾ ਹੁੰਦਾ ਸੀ ਮੇਰੀ ਦਾਦੀ ਦਾ। ਇੱਥੇ ਬਟਨ ਹੁੰਦੇ ਸਨ ਤੇ ਪੂਰੀ ਬਾਂਹ ਦੀ ਕਮੀਜ਼ ਤੇ ਚਿੱਟੀ ਸ਼ਲਵਾਰ ਤੇ ਚਿੱਟਾ ਦੁਪੱਟਾ ਤੇ ਚਿੱਟੀ ਮੇਰੀ ਦਾਦੀ। ਉਹ ਇੰਨੀ ਪਿਆਰੀ ਲੱਗਦੀ ਹੁੰਦੀ ਸੀ ਮੈਨੂੰ ਦਾਦੀ ਦਾ, ਅੱਜ ਵੀ ਜਿਹੜਾ ਨਕਸ਼ਾ ਯਾਦ ਏ। ਇੰਨੀ ਮੇਰੀ ਦਾਦੀ ਪਿਆਰੀ ਸੀ, ਇੰਨੀ ਸੋਹਣੀ ਸੀ ਉਹ ਮਤਲਬ ਬਜ਼ੁਰਗੀ ਵਿੱਚ ਵੀ ਇੰਨੇ ਪਿਆਰੇ ਲੱਗਦੇ ਸਨ ਤੇ ਜਵਾਨੀ 'ਚ ਤਾਂ ਪਤਾ ਨਹੀਂ ਉਹ ਫਿਰ ਕਿੰਨੇ ਕੁ ਸੋਹਣੇ ਹੋਣੇ ਨੇ ਕਿ ਉਹ ਸਿੱਧੀ ਗੁੱਤ ਕੀਤੀ ਹੁੰਦੀ ਸੀ ਤੇ ਚਿੱਟਾ ਦੁਪੱਟਾ ਲੈ ਕੇ ਤੇ ਬਜ਼ੁਰਗ ਬਹਿੰਦੀਆਂ ਸਨ ਔਰਤਾਂ ਤੇ ਬੜੇ ਤੇ ਇੱਕ ਔਰਤਾਂ ਦੇ ਵੀ ਨਾ ਇੱਥੇ ਜੇਬ ਜ਼ਰੂਰ ਹੁੰਦੀ ਸੀ, ਦੋਵੇਂ ਪਾਸੇ ਜਾਂ ਇੱਕ ਪਾਸੇ ਕਮੀਜ਼ ਨੂੰ ਜੇਬ ਜ਼ਰੂਰ ਹੁੰਦੀ ਸੀ। ਉਹਦੇ ਵਿੱਚੋਂ ਫਿਰ ਪੈਸੇ ਕੱਢ ਕੇ ਸਾਡੀ ਦਾਦੀ ਨੇ ਨਾ ਇਸ ਤਰ੍ਹਾਂ ਹੱਥ ਪਾਉਣਾ ਤੇ ਉਹਦੇ ਵਿੱਚੋਂ ਫਿਰ ਰੇਜ਼ਗਾਰੀ ਕੱਢਣੀ, ਉਹ ਖੁੱਲੇ ਪੈਸੇ ਫਿਰ ਸਾਨੂੰ ਦੇਣਾ। ਜਾਂ ਕੋਈ ਟਾਫੀ ਟੂਫੀ, ਕੋਈ ਛੋਟੀ ਛੋਟੀਆਂ ਇਸ ਤਰ੍ਹਾਂ ਮਿੱਠੀਆਂ ਗੋਲੀਆਂ ਉਹਨਾਂ ਨੂੰ ਕਹਿੰਦੇ ਸਨ, ਉਹ ਹੁੰਦੀਆਂ ਸਾਨੂੰ ਦਾਦੀ ਨੇ ਜੇਬ ਚੋਂ ਕੱਢ ਕੇ ਫਿਰ ਸਾਨੂੰ ਦੇ ਦੇਣੇ, ਵੱਡਿਆਂ ਨੇ ਬੱਚਿਆਂ ਨੂੰ ਖੁਸ਼ ਕਰਨ ਵਾਸਤੇ। ਉਹ ਉਸ ਜ਼ਮਾਨੇ ਵਿੱਚ ਮਰਦਾਂ ਦੇ ਨਹੀਂ, ਔਰਤਾਂ ਦੀ ਵੀ ਜ਼ਿਆਦਾਤਰ ਜੇਬ ਲਾ ਲੈਂਦੀਆਂ ਸਨ ਔਰਤਾਂ ਕਿ ਬਈ ਇਸ ਤਰ੍ਹਾਂ ਕਰਕੇ ਘਰ ਕੋਈ ਰੁਪਇਆ ਧੇਲਾ ਵੀ ਹੋਣਾ ਪੈਸਾ ਤੇ ਉਹ ਵੀ ਗੰਢ ਮਾਰ ਕੇ ਨਾ ਛੋਟੇ ਜਿਹੇ ਕਿਸੇ ਟੱਲੀ ਨੂੰ ਜਾਂ ਰੁਮਾਲ ਨੂੰ, ਇੱਥੇ ਕੁਛ ਲੋਕ ਵੈਸੇ ਹੀ ਪਾ ਲੈਂਦੇ ਸਨ, ਕੁਛ ਲੋਕ ਟੱਲੀ ਨੂੰ ਬੰਨ੍ਹ ਕੇ ਨਾ ਰੁਮਾਲ ਨੂੰ ਤੇ ਫਿਰ ਉਹ ਜੇਬ 'ਚ ਪਾ ਲੈਣਾ, ਖੀਸੇ 'ਚ ਪਾ ਲੈਣਾ ਕਿ ਚਲੋ ਵੀ ਕੋਈ ਚੀਜ਼ ਇੱਦਾਂ ਦਾ ਡਿੱਗੇ ਨਾ। ਉਹ ਫਿਰ ਪਰਸ ਵਗੈਰਾ ਤੇ ਉਸ ਜ਼ਮਾਨੇ 'ਚ ਸਾਰੇ ਸਾਡੀਆਂ ਨਾਨੀਆਂ ਦਾਦੀਆਂ ਦੇ ਦੌਰ 'ਚ ਨਹੀਂ ਹੁੰਦੇ ਸਨ ਤੇ ਫਿਰ ਇਸ ਤਰ੍ਹਾਂ ਹੀ ਉਹ ਲੋਕ ਆਪਣੇ ਖੀਸੇ ਲਾਏ ਹੁੰਦੇ ਸਨ ਤੇ ਉਹ ਫਿਰ ਉਹ 'ਚੋਂ ਪੈਸੇ ਵੀ ਕੱਢ ਲੈਣੇ, ਬੱਚਿਆਂ ਦੀ ਕੋਈ ਸ਼ੈ ਰੱਖ ਲੈਣੀ, ਕੁਛ ਨਾ ਕੁਛ ਛੋਟੀਆਂ ਮੋਟੀਆਂ। ਔਰ ਸਭ ਤੋਂ ਵੱਡੀ ਗੱਲ ਹੈ ਚਾਬੀਆਂ। ਚਾਬੀਆਂ ਜ਼ਰੂਰ ਔਰਤਾਂ ਰੱਖਦੀਆਂ ਸਨ ਜੇਬ ਦੇ ਵਿੱਚ। ਚਾਬੀਆਂ ਦਾ ਜਿਹੜਾ ਗੁੱਛਾ, ਉਹ ਇੱਕ ਐਸਾ ਲੈ ਕੇ ਨਾ ਟੱਲੀ, ਕੋਈ ਵੀ ਕੱਪੜਾ ਲੈ ਕੇ, ਕਿਚਨ ਵਗੈਰਾ ਤੇ ਸਾਰੇ ਉਸ ਜ਼ਮਾਨੇ 'ਚ ਹੁੰਦੇ ਹੀ ਨਹੀਂ ਸਨ, ਤੇ ਟੱਲੀ ਲੈ ਕੇ ਕੋਈ ਵੀ ਕੱਪੜੇ ਦੀ ਤੇ ਉਹਦੇ ਵਿੱਚ ਚਾਬੀਆਂ ਪਰੋ ਲਈਆਂ ਜਾਂਦੀਆਂ ਸਨ ਜਾਂ ਕੋਈ ਤਾਰ ਸ਼ਾਰ ਇਸ ਤਰ੍ਹਾਂ ਦੇ, ਲੇਕਿਨ ਜ਼ਿਆਦਾਤਰ ਟੱਲੀ ਵਿੱਚ ਹੀ ਲਪੇਟ, ਉਹ ਟੱਲੀ ਵਿੱਚ ਸਾਰੀਆਂ ਪਾ ਕੇ। ਲੋਹੇ ਦੇ ਮੋਟੇ ਤਾਲੇ ਹੁੰਦੇ ਸਨ ਤੇ ਉਹ ਉਹਦੀ ਫਿਰ ਮੋਟੀਆਂ ਮੋਟੀਆਂ ਚਾਬੀਆਂ ਹੁੰਦੀਆਂ ਸਨ, ਅੰਦਰ ਪਾ ਕੇ ਐਸਾ ਘੁਮਾਈ ਦਾ ਸੀ।
ਉਹ ਤਾਲਿਆਂ ਦੀ ਚਾਬੀਆਂ ਹੁੰਦੀਆਂ ਸਨ, ਉਹ ਫਿਰ ਉਹ ਟੱਲੀ ਨਾਲ ਬੰਨ੍ਹ ਕੇ ਉਹ ਖੀਸੇ ਵਿੱਚ ਪਾਈਆਂ ਹੁੰਦੀਆਂ ਸਨ। ਕਿਉਂਕਿ ਕਿਤੇ ਕੱਢਣਾ ਤਾਂ ਲੋਕ ਵੀ ਖੀਸੇ 'ਚੋਂ ਕੱਢ ਕੇ ਜਿਹੜੇ ਸੰਦੂਕਾਂ ਨੂੰ ਵੀ ਤਾਲੇ ਲਾਏ ਹੁੰਦੇ ਸਨ ਅਤੇ ਦਰਵਾਜ਼ੇ ਨੂੰ ਲਾਉਣਾ ਰਾਤ ਨੂੰ ਸੌਣ ਲੱਗੇ, ਅਤੇ ਜਿਹੜੇ ਸੰਦੂਕਾਂ ਦੇ ਤਾਲੇ ਹੁੰਦੇ ਸਨ ਸਾਰੀਆਂ ਚਾਬੀਆਂ ਉਹ ਖੀਸੇ ਵਿੱਚ ਹੁੰਦੀਆਂ ਸਨ, ਅਤੇ ਉਹ ਫਿਰ ਜਦੋਂ ਜ਼ਰੂਰਤ ਹੋਣੀ ਕੱਢ ਲੈਣੀ। ਅਤੇ ਇਸ ਤਰ੍ਹਾਂ ਸਾਦੇ ਸਾਦੇ ਕੱਪੜੇ ਹੁੰਦੇ ਸਨ। ਔਰਤਾਂ ਵੀ ਚਿੱਟੇ ਰੰਗ ਦੇ ਕੱਪੜੇ, ਚਿੱਟੀ ਸ਼ਲਵਾਰ ਅਤੇ ਚਿੱਟੀ ਕਮੀਜ਼ ਦੇ ਵਿੱਚ ਕੋਈ ਪ੍ਰਿੰਟਡ ਕਿਸੇ ਵੀ ਕਲਰ ਦੀ ਸ਼ਰਟ ਹੋ ਗਈ, ਵਰਨਾ ਸ਼ਲਵਾਰਾਂ ਵੀ ਚਿੱਟੀਆਂ ਦੇ ਇੰਨੇ ਪਿਆਰੇ ਲੱਗਦੇ ਸਨ। ਚਿੱਟੀ ਸ਼ਲਵਾਰ ਅਤੇ ਚਿੱਟਾ ਦੁਪੱਟਾ ਤਾਂ ਬਹੁਤ ਅਰਸੇ ਤੱਕ ਰਿਹਾ ਵੇ ਕਿ ਉਹ ਲੋਕ ਪਾਉਂਦੇ ਰਹੇ ਨੇ, ਬੜੇ ਸ਼ੌਕ ਨਾਲ ਪਾਉਂਦੇ ਨੇ। ਉਸ ਤੋਂ ਬਾਅਦ ਫਿਰ ਐਸਾ ਆਇਆ ਦੌਰ ਕਿ ਬਈ ਇੱਕੋ ਜਿਹੇ ਦੁਪੱਟੇ ਆਉਣ ਲੱਗ ਗਏ, ਪ੍ਰਿੰਟਡ ਸੂਟ ਔਰ ਫਿਰ ਲਾਉਣ ਦੇ ਨਾਲ ਦੁਪੱਟੇ, ਉਸੀ ਪ੍ਰਿੰਟ ਦੇ ਦੁਪੱਟੇ ਨਾਲ ਸ਼ਲਵਾਰ ਉਸੀ ਕਲਰ ਦੀ। ਹੁਣ ਤੇ ਇੱਕ ਇੰਨੀ ਵਰਾਇਟੀ ਕੱਪੜਿਆਂ ਵਿੱਚ ਕਿ ਸੋਚ ਵੀ ਨਹੀਂ ਸਕਦੇ। ਪਰ ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਜ਼ਿਆਦਾਤਰ ਔਰਤਾਂ ਚਿੱਟੀ ਸ਼ਲਵਾਰ, ਆਮ ਵੀ ਔਰਤਾਂ ਬਜ਼ੁਰਗ ਤਾਂ ਪਾਉਂਦੀਆਂ ਹੀ ਪਾਉਂਦੀਆਂ ਸਨ, ਆਮ ਵੀ ਘਰਾਂ 'ਚ ਇਸ ਤਰ੍ਹਾਂ ਸੀ ਕਿ ਚਿੱਟੀ ਸ਼ਲਵਾਰ, ਚਿੱਟਾ ਦੁਪੱਟਾ ਅਤੇ ਵਿੱਚ ਕਮੀਜ਼ ਕਿਸੇ ਹੋਰ ਰੰਗ ਦੀ, ਅਤੇ ਇਸ ਤਰ੍ਹਾਂ ਕੱਪੜੇ ਪਾਏ ਜਾਂਦੇ ਸਨ। ਅਤੇ ਬੰਦੇ ਜਿਹੜੇ ਹੋ ਬਈ ਇਹ ਤਾਂ ਆਈਟਮ, ਇਹ ਤਾਂ ਗੱਲ ਸੁਣਨ ਵਾਲੀ ਜੇ ਕਿ ਬੰਦੇ ਜਿਹੜੇ ਪਾਉਂਦੇ ਸਨ ਬੋਸਕੀ ਦੇ ਕੁੜਤੇ, ਕਮੀਜ਼, ਕੁੜਤਾ ਜੋ ਵੀ ਕਹਿ ਲਓ, ਜੋ ਸਿਲਿਆ ਹੁੰਦਾ ਸੀ, ਕੋਈ ਕੁੜਤਾ ਸਵਾ ਲੈਂਦਾ ਸੀ, ਕਮੀਜ਼ ਸਵਾ ਲੈਂਦਾ ਸੀ। ਪਰ ਬੋਸਕੀ ਬੰਦੇ ਜ਼ਰੂਰ ਪਾਉਂਦੇ ਸਨ। ਐਸਾ ਹੋ ਨਹੀਂ ਸਕਦਾ ਕਿ ਬੰਦਾ ਹੋਵੇ ਔਰ ਉਹਦੇ ਕੋਲ ਬੋਸਕੀ ਦੀ ਕਮੀਜ਼ ਨਾ ਹੋਵੇ। ਜਦੋਂ ਕੋਈ ਵਿਆਹ ਸ਼ਾਦੀ ਆ ਜਾਣਾ ਖਾਨਦਾਨ ਵਿੱਚ, ਕਿਸੇ ਦੋਸਤ ਦੀ ਸ਼ਾਦੀ, ਕਿਸੇ ਪਿੰਡ 'ਚ ਕਿਸੇ ਦੀ ਸ਼ਾਦੀ, ਸਾਰਿਆਂ ਨੇ ਆਪਣੇ ਝਾੜ ਝੂੜ ਕੇ ਉਹ ਸਾਰੇ ਬੋਸਕੀ ਦੇ ਕੁੜਤੇ ਨਿਕਲ ਆਉਂਦੇ ਸਨ। ਸਾਰੇ ਕਿਸੇ ਸ਼ਾਦੀ ਦਾ ਸੱਦਾ ਆਉਂਦਾ ਸੀ ਅਤੇ ਕਿਹਾ ਜਾਂਦਾ ਸੀ ਵੀ ਮੇਰਾ ਬੋਸਕੀ ਵਾਲਾ ਸੂਟ ਕੱਢ ਦੇਵੋ, ਵੀ ਕੁੜਤਾ ਕੱਢ ਦੇਵੋ ਅਤੇ ਸਲਵਾਰ ਸਲਵੂਰ ਤਿਆਰ ਕਰ ਦੇਵੋ, ਅਤੇ ਸ਼ਾਦੀ 'ਤੇ ਜਾਣਾ ਸੱਦਾ ਆ ਗਿਆ ਵੇ ਅਤੇ ਬੋਸਕੀ ਦਾ ਸੂਟ ਲਾਜ਼ਮੀ। ਅਤੇ ਮੈਂ ਕਦੀ ਕਦੀ ਸੋਚਦੀ ਹਾਂ ਕਿ ਅਸੀਂ ਵੀ ਜਦੋਂ ਜਾਂਦੇ ਹੁੰਦੇ ਸਾਂ ਕਦੀ ਅਸੀਂ ਸ਼ਾਦੀ 'ਤੇ, ਮੈਂ ਕਹਿੰਦੀ ਹਾਂ 90% ਸ਼ਾਇਦ ਲੋਕਾਂ ਨੇ ਨਾ ਉਹ ਬੋਸਕੀ ਦੇ ਉਹ ਬਾਬੇ ਸ਼ਾਬੇ ਹੁੰਦੇ ਸਨ, ਚਿੱਟੇ ਜਿਹੜੇ ਪੱਗਾਂ ਵਾਲੇ ਅਤੇ ਉਹ ਚਿੱਟੇ ਸੂਟਾਂ ਵਾਲੇ, ਉਹਨਾਂ ਜਿਹੜੇ ਥੋੜ੍ਹੇ ਬਾਬਿਆਂ ਤੋਂ ਥੋੜ੍ਹੇ ਜ਼ਰਾ ਯੰਗ ਏਜ ਦੇ ਹੁੰਦੇ ਸਨ, ਸਾਰਿਆਂ ਨੇ ਵੀ ਬੋਸਕੀ ਦੇ ਕੁੜਤੇ ਅਤੇ ਚਿੱਟੀਆਂ ਸ਼ਲਵਾਰਾਂ ਅਤੇ ਖੁੱਸੇ। ਅਤੇ ਮੈਂ ਸੋਚ ਰਹੀ ਹਾਂ ਕਿ ਸ਼ਾਇਦ ਉਸ ਜ਼ਮਾਨੇ ਇਸ ਲਈ ਉਹ ਜਿਹੜਾ ਲਾੜਾ ਵੇ ਉਹਦਾ ਵੀ ਪਤਾ ਨਹੀਂ ਚੱਲਦਾ ਸੀ, ਲਾੜੇ ਵਿਚਾਰੇ ਦਾ ਵੀ ਇਹੀ ਡਰੈਸ ਹੁੰਦਾ ਸੀ। ਸ਼ਾਦੀ ਹੈ ਤੁਸੀਂ ਬੋਸਕੀ ਦਾ ਸੂਟ ਸਵਾ ਦੇਵੋ ਮੁੰਡੇ ਨੂੰ, ਅਤੇ ਮੁੰਡੇ ਨੂੰ ਲਾੜਾ ਬਣਾ ਦੇਵੋ, ਅਤੇ ਉਹ ਫਿਰ ਉਹਨਾਂ ਨੂੰ ਸਾਰੇ ਨਾਲ ਹੁੰਦੇ ਸਨ, ਅਤੇ ਉਹਨੂੰ ਪਤਾ ਨਹੀਂ ਚੱਲਦਾ ਸੀ ਵੀ ਇਹਨਾਂ 'ਚੋਂ ਲਾੜਾ ਕਿਹੜਾ ਵੇ। ਅਤੇ ਉਹ ਫਿਰ ਲਾੜੇ ਦੇ ਗਲ ਵਿੱਚ ਇੱਕ ਜਿਹੜਾ ਨਾ ਹਾਰ ਪਾ ਦਿੱਤਾ ਜਾਂਦਾ ਸੀ, ਉਹ ਐਸਾ ਚਮਕ ਚਮਕ ਵਾਲਾ, ਐਸਾ ਗੋਲ ਗੋਲ ਗੁੱਛੀਆਂ ਜਿਹਾ ਵਾਲਾ ਹਾਰ ਹੁੰਦਾ ਸੀ ਕਿ ਲਓ ਬਈ ਇਹ ਜੇ ਲਾੜਾ। ਕਿਉਂਕਿ ਸਾਰੇ ਤਕਰੀਬਨ ਪੂਰੀ ਬਰਾਤ ਨੇ ਬੋਸਕੀ ਪਾਈ ਹੁੰਦੀ ਸੀ, ਅਤੇ ਉਹ ਨਾਲ ਚਟੀਆਂ ਸ਼ਲਵਾਰਾਂ ਅਤੇ ਖੁੱਸੇ, ਉਹਨਾਂ ਵਿੱਚੋਂ ਫਿਰ ਲਾੜਾ ਲੱਭਣ ਵਾਸਤੇ ਨਾ ਉਹ ਇੱਕ ਹਾਰ ਪਾ ਦਿੱਤਾ ਜਾਂਦਾ ਸੀ ਕਿ ਲਓ ਬਈ ਇਹ ਜੇ ਲਾੜਾ। ਅਤੇ ਉਹ ਫਿਰ ਲਾੜਾ ਇਸ ਤਰ੍ਹਾਂ ਇੱਕ ਅਲੱਗ ਨਜ਼ਰ ਆਉਂਦਾ ਸੀ ਸਾਰਿਆਂ ਨਾਲੋਂ। ਉਹਨਾਂ ਉਸ ਜ਼ਮਾਨੇ 'ਚ ਬੋਸਕੀ ਮਰਦਾਂ ਵਾਸਤੇ ਬਿਹਤਰੀਨ ਵੀ ਆਈਟਮ ਸੀ ਔਰ ਮਸ਼ਹੂਰ ਤਰੀਨ ਆਈਟਮ ਸੀ, ਔਰ ਸ਼ੌਕ ਨਾਲ ਪਾਉਂਦੇ ਸਨ ਬੰਦੇ। ਆਉਂਦੀ ਸੀ ਘੋੜਾ ਮਾਰਕਾ ਬੋਸਕੀ, ਉਹਦਾ ਇੱਕ ਨੰਬਰ ਵੀ ਹੁੰਦਾ ਸੀ, ਉਹ ਮੈਂ ਭੁੱਲ ਗਈ ਹਾਂ, ਮੈਨੂੰ ਨੰਬਰ ਨਹੀਂ ਪਿਆ ਆਉਂਦਾ ਕਿ 2 ਘੋੜੇ ਇਸਾ ਕਰਕੇ ਕੁਛ ਐਸਾ ਕੋਈ ਨੰਬਰ ਲੱਗਦਾ ਸੀ, ਉਹ ਮੇਰੇ ਜ਼ਿਹਨ 'ਚੋਂ ਨਿਕਲ ਗਿਆ ਵੇ। ਕਿਉਂਕਿ ਮੇਰੇ ਵੀ ਅਸੀਂ ਵੀ ਇਸਾ ਸੁਣ ਨਹੀਂ ਸਨ ਆਪਣੇ ਬੜਿਆਂ ਕੋਲੋਂ। ਅਗਰ ਕਿਸੇ ਨੂੰ ਯਾਦ ਹੋਵੇ, ਅਗਰ ਕਿਸੇ ਨੂੰ ਬੋਸਕੀ ਦਾ ਨੰਬਰ ਯਾਦ ਹੋਵੇ ਤਾਂ ਕਮੈਂਟ ਕਰਕੇ ਪਲੀਜ਼ ਦੱਸਣਾ। ਪਰ ਐਵੇਂ ਕਿ ਇੰਨਾ ਪਤਾ ਹੈ ਕਿ ਘੋੜੇ ਮਾਰ ਕੇ ਬੋਸਕੀ ਸਭ ਤੋਂ ਬਿਹਤਰੀਨ ਤਸੱਵੁਰ ਕੀਤੀ ਜਾਂਦੀ ਸੀ ਵੀ ਇਹ ਸਭ ਤੋਂ ਚੰਗੀ ਹੈ। ਤਾਂ ਫਿਰ ਕੋਈ ਬਾਹਰੋਂ ਆਉਂਦਾ ਸੀ, ਕੋਈ ਕਿਤੋਂ ਆਉਂਦਾ ਸੀ। ਜਦੋਂ ਲੋਕ ਹੱਜ 'ਤੇ ਜਾਂਦੇ ਸਨ ਨਾ, ਉਦੋਂ ਵੀ ਬੋਸਕੀ ਦੇ ਉੱਥੋਂ ਲੈ ਕੇ ਆਉਂਦੇ ਸਨ ਕਿ ਵੀ ਬਾਹਰੋਂ ਉੱਥੇ ਚੱਲੇ ਆ, ਬੋਸਕੀ ਦੇ ਲੋਕ ਕੱਪੜੇ ਲੈ ਕੇ ਆਉਂਦੇ ਸਨ ਮਰਦਾਂ ਵਾਸਤੇ, ਸਪੈਸ਼ਲੀ 2-4 ਕਮੀਜ਼ਾਂ ਆਪਣੇ ਘਰ ਦੇ ਲੋਕਾਂ ਵਾਸਤੇ ਲੋਕ ਲੈ ਕੇ ਆਉਂਦੇ ਸਨ ਕਿ ਬੋਸਕੀ ਇੰਨੀ ਮਸ਼ਹੂਰ ਸੀ। ਹੁਣ ਕਦੀ ਬੋਸਕੀ ਦਾ ਨਾਂ ਹੀ ਨਹੀਂ ਸੁਣਿਆ। ਹੁਣ ਮਰਦਾਂ ਦੇ ਵੀ ਬਿਹਤਰੀਨ ਕੱਪੜੇ ਆ ਗਏ ਨੇ, ਜਿਹੜੇ ਸੋਹਣੇ ਕਢਾਈਆਂ ਵਾਲੇ ਕੁੜਤੇ, ਅਤੇ ਬੰਦੇ ਵੀ ਇਸ ਰੰਗ ਦੇ ਕੁੜਤੇ ਪਾਉਂਦੇ ਜੇ, ਪੀਲੇ ਕੁੜਤੇ, ਲਾਲ ਕੁੜਤੇ। ਅਤੇ ਮੈਂ ਤਾਂ ਬਾਅਦ ਦੇਖ ਕੇ ਹੈਰਾਨ ਰਹਿ ਜਾਂਦੀ ਹਾਂ ਕਿ ਔਰਤਾਂ ਮਰਦਾਂ 'ਚ ਹੁਣ ਕੋਈ ਫਰਕ ਕਲਰ ਦਾ ਨਹੀਂ ਰਹਿ ਗਿਆ ਕਿ ਸ਼ੋਕ ਕਲਰਾਂ ਦੇ ਮਹਿੰਦੀਆਂ 'ਚ ਔਰ ਇਸ ਤਰ੍ਹਾਂ ਲੋਕਾਂ ਨੇ ਪਾਏ ਹੁੰਦੇ ਨੇ ਕਢਾਈਆਂ ਵਾਲੇ ਕੁੜਤੇ। ਪਰ ਉਹ ਜਿਹੜਾ ਦੌਰ ਸੀ ਨਾ, ਬੋਸਕੀ ਜਿਹੜਾ ਲਾਜ਼ਮੀ ਹੁੰਦਾ ਸੀ
ਕਿ ਮਰਦਾਂ ਦਾ। ਲੇਕਿਨ ਬੋਸਕੀ ਪਤਾ ਨਹੀਂ ਕਿੱਥੇ ਗਵਾਚ ਗਿਆ। ਹੁਣ ਬੋਸਕੀ ਕਿਤੇ ਨਜ਼ਰ ਹੀ ਨਹੀਂ ਆਉਂਦਾ। ਨਾ ਕਦੀ ਕੋਈ ਸ਼ੌਕ ਦਾ ਇਜ਼ਹਾਰ ਕਰਦਾ ਹੋਵੇ ਕਿ ਅਸੀਂ ਬੋਸਕੀ ਦਾ ਕੁੜਤਾ ਸਵਾਣਾ ਵੇ, ਨਾ ਹੀ ਕਦੀ ਕਿਸੇ ਨੂੰ ਪਾਏ ਅਸੀਂ ਦੇਖਿਆ ਵੇ ਕਿ ਹੁਣ ਉਸ ਤਰ੍ਹਾਂ ਦੇਖੀਏ, ਤੇ ਨਾ ਹੀ ਕਦੀ ਉਹ ਬਾਜ਼ਾਰਾਂ 'ਚ ਕਿਤੇ ਅਸੀਂ ਦੇਖਿਆ ਵੇ। ਉਹ ਬੋਸਕੀ ਪਤਾ ਨਹੀਂ ਕਿੱਥੇ ਗਵਾਚ ਗਈ। ਬਾਕੀ ਸਾਰੀਆਂ ਚੀਜ਼ਾਂ ਤੇ ਫਿਰ ਵੀ ਥੋੜ੍ਹੀਆਂ ਬਹੁਤ ਹੈਗੀਆਂ ਹੀ ਨੇ, ਬੋਸਕੀ ਗਵਾਚ ਗਈ। ਬੋਸਕੀ ਹੁਣ ਨਜ਼ਰ ਨਹੀਂ ਆਉਂਦੀ। ਹੁਣ ਮਰਦਾਂ ਵਿੱਚ ਰੰਗ ਬਰੰਗੇ ਕੁੜਤੇ ਆ ਗਏ ਨੇ, ਬਿਹਤਰੀਨ ਕੁੜਤੇ ਆ ਗਏ ਨੇ, ਲੇਕਿਨ ਬੋਸਕੀ ਦੇ ਕੁੜਤੇ ਪਤਾ ਨਹੀਂ ਕਿੱਥੇ ਚਲੇ ਗਏ। ਬੋਸਕੀ ਦੀਆਂ ਕਮੀਜ਼ਾਂ ਤੇ ਚਿੱਟੀਆਂ ਸ਼ਲਵਾਰਾਂ ਤੇ ਨਾਲ ਖੁੱਸੇ, ਇਹ ਡਰੈਸ ਹੁੰਦਾ ਸੀ ਮਰਦਾਂ ਦਾ ਸਪੈਸ਼ਲੀ ਸ਼ਾਦੀ ਦੇ ਹਵਾਲੇ ਨਾਲ। ਕਿਸੇ ਵੀ ਸ਼ਾਦੀ 'ਚ ਤਕਰੀਬ 'ਚ ਜਾਣਾ ਹੋਵੇ, ਕਿਸੇ ਭਰਾ ਦੀ ਸ਼ਾਦੀ ਹੈ, ਭੈਣ ਦੀ ਸ਼ਾਦੀ ਹੈ, ਦੋਸਤ ਦੀ ਸ਼ਾਦੀ ਹੈ, ਪਿੰਡ 'ਚ ਕਿਸੇ ਦੀ ਸ਼ਾਦੀ ਹੈ, ਬਈ ਬੋਸਕੀ ਚੱਲਣੀ। ਹਰ ਜਗ੍ਹਾ ਬੋਸਕੀ ਦਾ ਰਾਜ ਸੀ, ਪਰ ਉਹ ਬੋਸਕੀ ਪਤਾ ਨਹੀਂ ਗਈ ਕਿੱਥੇ, ਹੁਣ ਨਜ਼ਰ ਹੀ ਨਹੀਂ ਆਉਂਦੀ। ਇਸ ਤਰ੍ਹਾਂ ਫਿਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਜਿਸ ਤਰ੍ਹਾਂ ਔਰਤਾਂ ਵੀ ਕੱਪੜੇ ਪਾਉਂਦੀਆਂ ਸਨ, ਮਲਮਲ ਦੇ ਦੁਪੱਟੇ ਲਏ ਜਾਂਦੇ ਸਨ। ਔਰਤਾਂ ਜ਼ਿਆਦਾਤਰ ਮਲਮਲ ਦਾ ਦੁਪੱਟਾ ਇਸਤੇਮਾਲ ਕਰਦੀਆਂ ਸਨ ਕਿ ਰੇਸ਼ਮੀ ਕੱਪੜੇ ਆ ਜਿਹੜੇ ਦੂਸਰੇ ਸ਼ਫੂਨ ਵਾਲੇ, ਜਿਸ ਤਰ੍ਹਾਂ ਅੱਜ ਕੱਲ੍ਹ ਆ ਗਏ ਨੇ ਜਾਰਜਟ ਦੇ ਦੁਪੱਟੇ, ਇਹ ਤੇ ਨਾ ਪੈਦੀ ਸਨ ਸਮਝੋ। ਮਲਮਲ ਦਾ ਦੁਪੱਟਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਸੀ, ਤੇ ਉਹ ਔਰਤਾਂ ਮਲਮਲ ਦਾ ਦੁਪੱਟਾ ਜ਼ਿਆਦਾ ਇਸਤੇਮਾਲ ਕਰਦੀਆਂ ਸਨ। ਹਲਕੀ ਫੁਲਕੀ ਕਿਸੇ ਨੂੰ ਬਹੁਤ ਜ਼ਿਆਦਾ ਸ਼ੌਕ ਹੁੰਦਾ ਸੀ ਨਾ, ਤੇ ਕਢਾਈਆਂ ਔਰਤਾਂ ਫਿਰ ਆਪਣੇ ਕਮੀਜ਼ਾਂ 'ਤੇ ਆਪ ਕਰ ਲੈਂਦੀਆਂ ਸਨ। ਇੱਥੇ ਸੋਹਣੇ ਸੋਹਣੇ ਡਿਜ਼ਾਈਨ ਬਣਾ ਲੈਂਦੀਆਂ ਸਨ। ਗਲਾ ਉਸ ਵੇਲੇ ਕੱਢਿਆ ਜਾਂਦਾ ਸੀ, ਉੱਤੇ ਬਾਹਾਂ 'ਤੇ ਕਢਾਈ ਹੁੰਦੀ ਸੀ, ਜਾਂ ਇਸ ਤਰ੍ਹਾਂ ਗਲਾ ਕੱਢ ਲੈਣਾ ਤੇ ਬਾਹਾਂ 'ਤੇ ਉਹੀ ਵੇਲ ਜਾਂ ਬੂਟੀ ਬਾਹਾਂ 'ਤੇ ਪਾ ਲੈਣੀ, ਤੇ ਜਾਂ ਫਿਰ ਐਸਾ ਘੇਰੇ 'ਤੇ ਪਾ ਲੈਣਾ ਡਿਜ਼ਾਈਨ, ਤੇ ਬਾਹਾਂ 'ਤੇ ਪਾ ਲੈਣਾ। ਕੋਈ ਬਹੁਤਾ ਸ਼ੌਕੀਨ ਹੁੰਦਾ ਸੀ ਉਹ ਗਲਾ ਵੀ ਕੱਢ ਲੈਂਦਾ ਸੀ, ਬਾਹਾਂ ਵੀ ਕੱਢ ਲੈਂਦਾ ਸੀ, ਤੇ ਇੱਥੇ ਵੀ ਕਢਾਈ। ਔਰਤਾਂ ਦੀ ਆਪਣੀ ਮਿਹਨਤ ਹੁੰਦੀ ਸੀ ਕਿ ਵੀ ਜਿੰਨੀ ਮਰਜ਼ੀ ਕਢਾਈ ਕਰਨੀ ਉਹਨਾਂ ਨੇ ਆਪੇ। ਉਹ ਫਿਰ ਔਰਤਾਂ ਨਾਲ ਨਾਲ ਆਪਣਾ ਕਰਦੀਆਂ ਰਹਿੰਦੀਆਂ ਸਨ। ਥੋੜ੍ਹਾ ਜਿਹਾ ਦੋ ਚਾਰ ਟਾਂਕੇ ਭਰ ਲਏ, ਗੱਲਾਂ ਛੱਲਾਂ ਕਰ ਲਈਆਂ, ਫਿਰ ਆਪਣਾ ਕੰਮ ਵੀ ਕਰ ਲਿਆ। ਫਿਰ ਇਸ ਤਰ੍ਹਾਂ ਥੋੜ੍ਹਾ ਜਿਹਾ ਲੈ ਕੇ ਬੈਠ ਗਈਆਂ, ਜਿਵੇਂ ਥੋੜ੍ਹਾ ਜਿਹਾ ਵੇਲ ਮਿਲਿਆ, ਤੇ ਫਿਰ ਉਹ ਫਿਰ ਇਸ ਤਰ੍ਹਾਂ ਆਪਣੀ ਕਮੀਜ਼ ਆਪਣੇ ਤਿਆਰ ਕਰ ਲੈਂਦੀਆਂ ਸਨ, ਸੋਹਣੀ ਤੋਂ ਸੋਹਣੀਆਂ ਕਢਾਈਆਂ, ਤੇ ਫਿਰ ਉਹਨਾਂ ਨੂੰ ਸੀਂਦੀਆਂ ਵੀ ਉਹ ਆਪ ਹੀ ਸਨ। ਉਹ ਫਿਰ ਇਸ ਤਰ੍ਹਾਂ ਜਦੋਂ ਕੋਈ ਸ਼ਾਦੀ ਵਿਆਹ ਦਾ ਟਾਈਮ ਆਉਂਦਾ ਸੀ, ਤਾਂ ਫਿਰ ਉਹ 'ਤੇ ਕੋਈ ਮੋਤੀ ਸਿਤਾਰਾ ਵੀ ਲਾ ਲਿਆ ਜਾਂਦਾ ਸੀ, ਪਰ ਬਣਦਾ ਘਰ ਹੀ ਸੀ ਕੱਪੜਾ। ਜਿਹੜੀ ਵੀ ਚੀਜ਼ ਤਿਆਰ ਹੁੰਦੀ ਸੀ ਸ਼ਾਦੀ 'ਚ ਪਾਣੀ ਹੈ ਜਾਂ ਕਿਤੇ ਜਾਣਾ, ਉਹ ਘਰ ਹੀ ਔਰਤਾਂ ਬਣਾਉਂਦੀਆਂ ਸਨ। ਬਾਹਰ ਦਾ ਰਿਵਾਜ ਬਹੁਤ ਘੱਟ ਸੀ। ਜਿਹੜੀ ਮਿਹਨਤ ਕਰਨੀ ਹੈ ਵੀ ਘਰ ਕਰ ਲਵੋ ਤੁਸੀਂ, ਤੇ ਉਹ ਫਿਰ ਔਰਤਾਂ ਕਰ ਲੈਂਦੀਆਂ ਹੁੰਦੀਆਂ ਸਨ। ਤੇ ਇਸ ਤਰ੍ਹਾਂ ਫਿਰ ਜ਼ਮਾਨਾ ਫਿਰ ਬਦਲਦਾ ਗਿਆ ਬਦਲਦਾ ਗਿਆ। ਫਿਰ ਤਾਂ ਹੁਣ ਤੇ ਇੰਨੇ ਫੈਸ਼ਨ ਆ ਗਏ ਨੇ, ਇੰਨੀਆਂ ਚੀਜ਼ਾਂ ਆ ਗਈਆਂ ਕਿ ਤੁਸੀਂ ਬਾਜ਼ਾਰ 'ਚ ਜਾਂਦੇ ਹੋ, ਯਕੀਨ ਮੰਨੋ ਕਿ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਕਿਹੜੀ ਚੀਜ਼ ਲਈਏ ਤੇ ਕਿਹੜੀ ਛੱਡੀਏ। ਇਸ ਦੁਕਾਨ 'ਤੇ ਦੇਖੋ ਤੇ ਹੋਰ ਵੈਰਾਈਟੀ, ਅਗਲੀ 'ਤੇ ਜਾਂਦੇ ਹੋ, ਅਗਲੀ 'ਤੇ ਹੋਰ। ਯਕੀਨ ਮੰਨੋ ਬਾਜ਼ਾਰ ਜਾਓ ਹੁਣ ਤੇ ਸਮਝ ਹੀ ਨਹੀਂ ਲੱਗਦੀ ਲਈਏ ਕੀ। 2-4 ਘੰਟੇ ਤਾਂ ਅਸੀਂ ਫਿਰਦੇ ਰਹਿੰਦੇ ਹਾਂ ਕਿ ਬਈ ਲੈਣਾ ਕੀ ਹੈ, ਲੈਣ ਤੇ ਸੂਟ ਆਏ ਆ, ਪਰ ਇੰਨੀ ਵੈਰਾਈਟੀ, ਇਹਦੇ 'ਚ ਹੁਣ ਕੀ ਚੀਜ਼ ਚੁੱਕੀਏ। ਬਹੁਤ ਮੁਸ਼ਕਿਲ ਹੁੰਦਾ ਚੁਆਇਸ ਕਰਨਾ। ਪਰ ਉਹ ਜ਼ਮਾਨਾ ਐਸਾ ਸੀ ਕਿ ਲੋਕਾਂ ਕੋਲ ਇੰਨੇ ਮਹਿਦੂਦ ਜੇ ਦੁਕਾਨਾਂ ਹੁੰਦੀਆਂ ਸਨ, ਮਹਿਦੂਦ ਥੋੜ੍ਹੇ ਜਿਹੇ ਥਾਨ ਪਏ ਹੋਣੇ ਕੱਪੜਿਆਂ ਦੇ, ਬੰਦਿਆਂ ਦੇ ਇੱਕ ਪਾਸੇ ਔਰਤਾਂ ਦੇ ਜਾਣਾ ਦਿਖਾ ਕੇ। ਉਹ ਬੰਦੇ ਹੀ ਜ਼ਿਆਦਾਤਰ ਜਾਂਦੇ ਸਨ ਉਸ ਜ਼ਮਾਨੇ 'ਚ, ਔਰਤਾਂ ਇੰਨੀ ਸ਼ਾਪਿੰਗ ਨਹੀਂ। ਬੰਦਿਆਂ ਨੇ ਕਹਿਣਾ ਲਓ ਬਈ। ਸਾਡੇ ਵੀ ਇਸ ਤਰ੍ਹਾਂ ਦਾਦਾ ਜੀ ਜਿਹੜੇ ਸਨ, ਜਿਹੜੇ ਸਾਡੇ ਦਾਦਾ ਜੀ ਦੇ ਭਰਾ ਸਨ, ਉਹ ਜਾਂਦੇ ਸਨ, ਮਰਦ ਹੀ ਜ਼ਿਆਦਾਤਰ ਕੱਪੜਾ ਖਰੀਦਦੇ ਸਨ ਉਦੋਂ। ਤੇ ਉਹਨਾਂ ਨੇ ਜਾ ਕੇ ਉਹਨਾਂ ਨੇ ਕਹਿਣਾ ਬਈ ਇਹ 'ਚੋਂ 2 ਸੂਟ ਲਾ ਦਿਓ, ਇਹਦੇ 'ਚ ਲਾ ਦਿਓ, ਤੇ ਉਹ ਸਾਰੇ ਔਰਤਾਂ ਨੂੰ ਲਿਆ ਕੇ ਗਿਣ ਕੇ ਇੰਨੀਆਂ ਔਰਤਾਂ ਨੇ ਸੂਟ ਲਿਆ ਕੇ ਦੇ ਦਿੱਤੇ ਜਾਂਦੇ ਸਨ, ਲਓ ਵੀ ਸੀ ਲਵੋ। ਤੇ ਮੇਰੇ ਦਾਦਾ ਜੀ ਤੇ ਬਾਅਦ ਵਿੱਚ ਇਸ ਤਰ੍ਹਾਂ ਕਰਦੇ ਸਨ, ਸਾਰੇ ਇੱਕੋ ਜਿਹੇ ਲੈਂਦੇ ਸਨ ਕਿ ਵੀ ਇਹ 'ਚੋਂ 6 ਸੂਟ ਕੱਟ ਦਿਓ, ਸਾਰੀਆਂ ਕੁੜੀਆਂ ਨੂੰ ਵੱਡੀਆਂ ਸਾਰੀਆਂ ਨੂੰ, ਜਾਂ 5 ਸੂਟ ਜਾਂ ਜਿੰਨੀਆਂ ਹੁੰਦੀਆਂ ਸਨ, ਉਹ ਸਾਰੀਆਂ ਨੂੰ ਇੱਕੋ ਜਿਹਾ ਲਿਆ ਕੇ ਦੇ ਦਿੰਦੇ ਸਨ ਕਿ ਬਈ ਕੋਈ ਨਾ ਚੀ ਕਰੇ ਨਾ ਪੀ ਕਰੇ, ਇੱਕੋ ਜਿਹਾ ਪਾਓ। ਉਹ ਬਿਲਕੁਲ ਐਸਾ ਹੁੰਦਾ ਸੀ ਯੂਨੀਫਾਰਮ ਫਿਰ ਰਿਹਾ ਹੁੰਦਾ ਵੇ। ਇਸ ਤਰ੍ਹਾਂ ਵੀ ਕਰਦੇ ਸਨ। ਕੁਛ ਲੋਕ ਕਰਦੇ ਸਨ ਕਿ ਵੀ ਘਰ 'ਚ ਅਗਰ ਸਾਰੇ, ਕਿਉਂਕਿ ਮੁਸ਼ਤਰਕਾ ਫੈਮਿਲੀ ਸਿਸਟਮ ਸੀ ਨਾ, ਤੇ ਲੋਕ ਫਿਰ ਇਸ ਤਰ੍ਹਾਂ ਕਰਦੇ ਸਨ ਵੀ 6 ਔਰਤਾਂ ਨੇ ਜਾਂ 8 ਔਰਤਾਂ ਨੇ, 2-2 ਇੱਕ ਰੰਗ ਦੇ ਸੂਟ ਲੈ ਲਏ, ਇੱਕ ਡਿਜ਼ਾਈਨ ਦੇ, ਤੇ ਜਾ ਕੇ ਦੇ ਦਿੱਤੇ, ਲਓ ਬਈ ਇਹਨਾਂ 'ਚੋਂ ਪੜ੍ਹੋ ਆਪਣਾ ਇੱਕ ਇੱਕ, ਤੇ ਸੀ ਲਵੋ ਤੇ ਪਾ ਲਵੋ। ਤੇ ਉਸ ਜ਼ਮਾਨੇ 'ਚ ਔਰਤ ਬਾਜ਼ਾਰ ਜਾ ਕੇ ਸ਼ਾਪਿੰਗ ਨਹੀਂ ਕਰਦੀ ਸੀ। ਬੰਦੇ ਹੀ ਜ਼ਿਆਦਾਤਰ ਲਿਆ ਕੇ ਦਿੰਦੇ ਸਨ ਉਹਨਾਂ ਨੂੰ, ਜੋ ਵੀ ਲਿਆ ਕੇ ਦੇਣਾ ਹੁੰਦਾ ਸੀ ਉਹ ਕੱਪੜਾ। ਤੇ ਸਾਡੇ ਜਦੋਂ ਕਰਾਚੀ ਫਿਰ ਪਹਿਲੇ ਰਹਿੰਦੇ ਸਾਂ, ਜਦੋਂ ਬਚਪਨ ਸੀ, ਫਿਰ ਉਦੋਂ ਇੱਕ ਪੇਸ਼ਾਵਰ ਤੋਂ ਆਉਂਦੇ ਸਨ ਕੋਈ ਪਠਾਨ ਅੰਕਲ ਸਨ। ਉਹ ਅਸੀਂ ਛੋਟੇ ਹੁੰਦੇ ਸਾਂ, ਤੇ ਉਹ ਫਿਰ ਪਠਾਨ ਆਉਂਦੇ ਸਨ, ਆਵਾਜ਼ ਲਾਉਂਦੇ ਸਨ। ਉਹਨੇ ਗਜ਼ ਫੜਿਆ ਹੁੰਦਾ ਸੀ, ਇੱਥੇ ਇੰਨਾ ਵੱਡਾ ਉਹ ਟੰਗੀ ਹੁੰਦੀ ਸੀ ਜਿਹੜੀ ਵੱਡੀ ਪੰਡ, ਤੇ ਉਹ ਫਿਰ ਆਵਾਜ਼ ਲਾਉਂਦੇ ਸਨ, ਕੱਪੜੇ ਵਾਲਾ
ਕੱਪੜੇ ਵਾਲਾ ਬਈ ਸਾਰੀਆਂ ਔਰਤਾਂ ਬਲਾਵਾਂ ਦੀ ਤਰ੍ਹਾਂ ਆ ਕੇ ਦਰਵਾਜ਼ੇ 'ਚ ਖੜੀਆਂ ਹੋ ਜਾਂਦੀਆਂ ਸਨ ਕਿ ਵੀ ਉਹ ਆ ਗਿਆ। ਉਹ ਫਿਰ ਸਾਡੇ ਘਰ ਦੇ ਇਸ ਤਰ੍ਹਾਂ ਇੱਕ ਛੱਜਾ ਜਿਹਾ ਸੀ, ਉੱਥੇ ਉਹਨੂੰ ਕਹਿਣਾ ਲਾਲਾ ਇੱਧਰ ਬੈਠ ਜਾਓ। ਉਹ ਲਾਲੇ ਨੇ ਬੈਠ ਜਾਣਾ, ਲਾਲੇ ਨੇ ਗੰਢ ਖੋਲ ਦੇਣੀ ਏ ਤੇ ਉਹ ਲਾਲਾ ਬਹਿ ਜਾਂਦਾ ਸੀ ਆਰਾਮ ਦੇ ਨਾਲ ਇੱਕ ਪਾਸੇ, ਤੇ ਫਿਰ ਲਾਲੀਆਂ ਸਾਰੀਆਂ ਜਿਹੜੀਆਂ ਨਾ ਉਹ ਦੇਖਣ ਲੱਗ ਪੈਂਦੀਆਂ ਸਨ ਕਿ ਬਈ ਹੁਣ ਅਸੀਂ ਇਹਨਾਂ 'ਚੋਂ ਕਿਹੜਾ ਕੱਪੜਾ ਲੈਣਾ। ਉਸ ਜ਼ਮਾਨੇ 'ਚ ਰੇਸ਼ਮੀ ਕੱਪੜੇ ਦਾ ਥੋੜ੍ਹਾ ਚੱਲਿਆ ਸੀ। ਲਾਲਾ ਰੇਸ਼ਮੀ ਕੱਪੜਾ ਲੈ ਕੇ ਆਉਂਦਾ ਸੀ, ਫਲੈਟ ਕੱਪੜਾ ਹੁੰਦਾ ਸੀ। ਉਹ ਸਾਰੀਆਂ ਦੀਵਾਨੀਆਂ ਹੋ ਜਾਂਦੀਆਂ, ਫਲੈਟ ਦਾ ਸੂਟ ਪਾਉਣਾ, ਫਲੈਟ ਦਾ ਸੂਟ ਪਾਉਣਾ। ਉਹ ਪਲੇਨ ਕੱਪੜਾ ਹੁੰਦਾ ਸੀ, ਰੇਸ਼ਮੀ ਟਾਈਪ ਜਿਹਾ। ਉਹ ਫਿਰ ਔਰਤਾਂ ਲੈਂਦੀਆਂ ਸਨ, ਉਹ ਤੇ ਫਿਰ ਆਪ ਹੀ ਕਸ਼ੀਦਾਕਾਰੀ ਕਰਦੀਆਂ ਸਨ। ਕੋਈ ਉਹਨਾਂ ਦਿਨਾਂ 'ਚ ਫਿਰ ਇਸ ਤਰ੍ਹਾਂ ਵੀ ਹੋ ਗਿਆ ਸੀ ਕਿ ਕੁਛ ਬਾਜ਼ਾਰ 'ਚ ਵੀ ਮਸ਼ੀਨਾਂ ਤੋਂ ਲੋਕ ਕਢਾਈ ਕਰਵਾਉਂਦੇ ਸਨ। ਇਸ ਤਰ੍ਹਾਂ ਇੱਕ ਕਢਾਈ ਆਈ ਸੀ, ਉਹ 'ਚ ਸੁਰਾਖ ਸੁਰਾਖ ਜਿਹੇ ਹੁੰਦੇ ਸਨ, ਉਹ ਕੱਟ ਵਰਕ ਟਾਈਪ ਜਿਹੀ ਨਾ, ਉਹ ਵੀ ਕਰਵਾਉਂਦੇ ਸਨ। ਫਿਰ ਔਰਤਾਂ ਨੇ ਬਹੁਤ ਜਿਹੜੇ ਸ਼ੌਕੀਨ ਹੋਣਾ, ਪੈਸੇ ਜੋੜ ਜੋੜ ਕੇ ਔਰਤਾਂ ਨੇ ਕਹਿਣਾ ਕਿ ਅਸੀਂ ਉਹ ਕਢਾਈ, ਮਸ਼ੀਨੀ ਕਢਾਈ ਕਰਵਾਉਣੀ। ਆਪ ਬੜੀਆਂ ਬਿਹਤਰੀਨ ਕਢਾਈ ਕਰਨ ਵਾਲੀਆਂ ਹੁੰਦੀਆਂ ਸਨ ਔਰਤਾਂ, ਪਰ ਉਹਨਾਂ ਨੂੰ ਮਸ਼ੀਨੀ ਕਢਾਈ ਦਾ ਸ਼ੌਕ ਹੁੰਦਾ ਸੀ। ਉਹ ਫਿਰ ਜਾ ਕੇ ਮਸ਼ੀਨੀ ਕਢਾਈ ਕਰਵਾਉਂਦੀਆਂ ਸਨ। ਉਹ ਲਾਲੇ ਨੇ ਫਿਰ ਜਦੋਂ ਆਉਣਾ ਮਹੀਨੇ ਬਾਅਦ, ਉਹ ਪਹਿਲਾ ਉਧਾਰ ਔਰਤਾਂ ਨੇ ਜਮ੍ਹਾਂ ਕਰ ਕਰਕੇ ਪੈਸੇ ਰੱਖੇ ਹੁੰਦੇ ਸਨ। ਲਾਲਾ ਲੈ ਲੈ ਤੇ 15 ਰੁਪਏ ਤੇ 20 ਰੁਪਏ ਤੇ ਜਿੰਨੇ ਜਮ੍ਹਾਂ ਕਰ ਸਕਦੀਆਂ ਸਨ ਵਿਚਾਰੀਆਂ ਦੇ ਦੇਣਾ। ਕੁਛ ਇੱਕ ਅੱਧ ਚੀਜ਼ ਹੋਰ ਲੈ ਲੈਣੀ, ਤੇ ਫਿਰ ਲਾਲੇ ਨੇ ਫਿਰ ਆਪਣੀ ਡਾਇਰੀ ਖੋਲ੍ਹਣੀ ਤੇ ਉਹਦੇ 'ਚ ਲਿਖ ਲੈਣਾ। ਤੇ ਲਾਲੇ ਨੇ ਆਪਣੀ ਪੰਡ ਬੰਨਣੀ ਤੇ ਟੁਰ ਪੈਣਾ। ਤੇ ਉਹ ਇਸ ਤਰ੍ਹਾਂ ਫਿਰ ਘਰਾਂ 'ਚ ਵੇਚਣ ਵਾਸਤੇ ਕੱਪੜਾ ਵੀ ਆਉਂਦੇ ਸਨ। ਕੁਛ ਲੋਕ ਸਾਈਕਲ 'ਤੇ ਰੱਖ ਕੇ ਲੈ ਕੇ ਆਉਂਦੇ ਸਨ, ਜਿਹੜੇ ਲੋਕਲੀ ਮੈਂ ਦੇਖੇ ਨਾ ਲੋਕ, ਅਸੀਂ ਜਾਣਦੇ ਹੁੰਦੇ ਸਭ, ਉਹ ਫਿਰ ਸਾਈਕਲ 'ਤੇ ਰੱਖ ਕੇ ਵੀ ਪਿੱਛੇ ਨਾ ਉਹ ਪੰਡ ਜੀ ਰੱਖੀ ਹੁੰਦੀ ਸੀ, ਉਹ ਕੱਪੜਾ ਵੇਚਦੇ ਸਨ, ਆਵਾਜ਼ ਲਾਉਂਦੇ ਸਨ। ਪਰ ਇਸ ਤਰ੍ਹਾਂ ਸਾਡੇ ਜਿਹੜੇ ਆਉਂਦਾ ਸੀ ਉਹ ਲਾਲਾ ਆਉਂਦੇ ਸਨ ਪਿਸ਼ਾਵਰ ਤੋਂ ਇੱਕ, ਉਹ ਫਿਰ ਉਹ ਰੇਸ਼ਮੀ ਕੱਪੜਾ ਉੱਥੋਂ ਲੈ ਕੇ ਆਉਂਦੇ ਸਨ, ਤੇ ਉਹ ਫਿਰ ਔਰਤਾਂ ਬੜੇ ਸ਼ੌਕ ਨਾਲ ਲੈਂਦੀਆਂ ਸਨ। ਇਸ ਤਰ੍ਹਾਂ ਫਿਰ ਆਪਣੇ ਕੱਪੜੇ ਸੀਂਦੀਆਂ ਸਨ। ਤੇ ਬਾਬੇ ਵਿਚਾਰੇ ਚਿੱਟੀਆਂ ਧੋਤੀਆਂ ਤੇ ਕੁਰਤੇ ਤੇ ਪੱਗਾਂ, ਤੇ ਔਰਤਾਂ ਵੀ ਸਾਦੇ ਸਾਦੇ ਕੱਪੜੇ। ਹੁਣ ਤੁਸੀਂ ਜਾਓ, ਇੰਨੀ ਵੈਰਾਈਟੀ ਹੈ ਕਿ ਹੁਣ ਸਮਝ ਹੀ ਨਹੀਂ ਆਉਂਦਾ ਕਿ ਵੀ ਕੀ ਪਾਈਏ। ਹੁਣ ਤੇ ਕੋਈ ਹੱਦ ਹੀ ਨਹੀਂ ਜੇ, ਬਸ ਤੁਸੀਂ ਜੋ ਜਿੰਨਾ ਕਹਿ ਲਵੋ ਉਨਾ ਹੀ ਘੱਟ ਹੈ ਕਿ ਇੰਨਾ ਬ੍ਰਾਂਡਸ ਔਰ ਇੰਨਾ ਵੈਰਾਈਟੀ ਆ ਗਈ ਹੈ ਕਿ ਸਮਝ ਹੀ ਨਹੀਂ ਆਉਂਦੀ। ਕਿ ਤੁਸੀਂ ਅਗਰ ਸੀਜ਼ਨ ਦੇ ਕਹੋ ਤਾਂ ਅਸੀਂ ਵੀ 2 ਤੇ 4 ਸੂਟ ਲੈਣੇ ਨੇ, ਤੇ ਸਮਝ ਹੀ ਨਹੀਂ ਆਉਂਦੀ ਵੀ 4 ਸੂਟ ਲਈਏ ਕਿਹੜੇ। ਉੱਥੇ ਤਾਂ ਤੁਹਾਨੂੰ 4000 ਚੀਜ਼ਾਂ ਨਜ਼ਰ ਆ ਰਹੀਆਂ ਨੇ, ਤੇ ਤੁਸੀਂ ਉਹਦੇ 'ਚ ਉਹ 'ਚੋਂ 4 ਕਿਸ ਤਰ੍ਹਾਂ ਤਲਾਸ਼ ਕਰੋਗੇ। ਇੰਨੀਆਂ ਸੋਹਣੀਆਂ ਚੀਜ਼ਾਂ, ਇੰਨੀ ਅੱਛੀ ਵੈਰਾਈਟੀ ਪਾਈ ਹੈ, ਇੰਨੀ ਖੂਬਸੂਰਤ ਚੀਜ਼ਾਂ ਨੇ ਕਿ ਉਹ ਤਾਂ ਫਿਰ ਔਰਤਾਂ ਦਾ ਦਿਲ ਤੇ ਵੈਸੇ ਹੀ ਲਲਚਾ ਜਾਂਦਾ ਕੱਪੜੇ ਦੇਖ ਕੇ। ਤੇ ਉਸ ਜ਼ਮਾਨੇ ਵਿੱਚ ਸਾਦੇ ਸਾਦੇ ਕੱਪੜੇ ਹੁੰਦੇ ਸਨ। ਮੈਂ ਇਸ ਹਵਾਲੇ ਦੇ ਨਾਲ ਮੈਂ ਹਾਲੇ ਹੋਰ ਵੀ ਗੱਲ ਕਰਾਂਗੀ ਕਿ ਉਸ ਜ਼ਮਾਨੇ 'ਚ, ਕਿਉਂਕਿ ਹੁਣ ਟਾਈਮ ਕਾਫੀ ਹੋ ਗਿਆ, ਕਾਫੀ ਲੰਬੀ ਮੇਰੀ ਗੱਲ ਹੋ ਗਈ ਹੈ, ਤੇ ਮੈਂ ਉਹ ਕੱਪੜਿਆਂ ਦੇ ਹਵਾਲੇ ਨਾਲ ਵੀ ਦੱਸਾਂਗੀ ਕਿ ਕਿਹੜੀ ਕਿਹੜੀ ਕੱਪੜਾ ਉਸ ਜ਼ਮਾਨੇ 'ਚ ਚੱਲਦਾ ਸੀ, ਕਿਹੜਾ ਕਿਹੜਾ ਹੋਰ ਕੱਟ ਆਉਂਦਾ ਸੀ। ਕਿਉਂਕਿ ਅੱਜ ਗੱਲ ਕਾਫੀ ਲੰਬੀ ਹੋ ਗਈ, ਹਾਲੇ ਵੀ ਗੱਲ ਕੰਪਲੀਟ ਨਹੀਂ ਹੋਈ ਹੈ। ਮੈਂ ਉਸ ਜ਼ਮਾਨੇ ਦੇ ਕੱਪੜਿਆਂ ਦਾ ਵੀ ਦੱਸਾਂਗੀ ਕਿ ਜਿਹੜੇ ਕੱਪੜਿਆਂ ਦਾ ਕੁਛ ਜਿਹੜੇ ਮੈਨੂੰ ਨਾਂ ਯਾਦ ਨੇ ਉਹ ਵੀ ਦੱਸਾਂਗੀ, ਤੇ ਨਾਲ ਦੱਸਾਂਗੀ ਕਿ ਕਿਹੜਾ ਕਿਹੜਾ ਕੱਟ ਫਿਰ ਆਉਂਦਾ ਸੀ, ਤੇ ਔਰਤਾਂ ਫਿਰ ਉਹ ਸ਼ੌਕ ਦੇ ਨਾਲ ਬਣਾਉਂਦੀਆਂ ਸਨ ਕਿ ਬਈ ਅਸੀਂ ਇਹ ਕੱਪੜਾ ਪਾਈਏ, ਤੇ ਅਸੀਂ ਇਸ ਤਰ੍ਹਾਂ ਦਾ ਪਾਈਏ। ਤੇ ਉਹ ਫਿਰ ਮੈਂ ਕਿਸੇ ਦਿਨ ਤੁਹਾਨੂੰ ਫਿਰ ਅੱਗੇ ਦੀ ਕਹਾਣੀ ਵੀ ਦੱਸਾਂਗੀ ਕਿ ਜਿਸ ਤਰ੍ਹਾਂ ਉਸ ਜ਼ਮਾਨੇ 'ਚ ਕੱਟ ਕਿਸ ਤਰ੍ਹਾਂ ਲੋਕ ਇੱਕ ਦੂਸਰੇ ਦਾ ਦੇਖ ਕੇ ਬਣਾਉਂਦੇ ਸਨ, ਕੱਪੜੇ ਕਿਸ ਤਰ੍ਹਾਂ ਕਟਿੰਗ ਹੁੰਦੀ ਸੀ, ਔਰਤਾਂ ਕਿਸ ਤਰ੍ਹਾਂ ਡਿਜ਼ਾਈਨ ਮੰਗਾਉਂਦੀਆਂ ਸਨ, ਉਹ ਸਾਰਾ ਅੱਜ ਮੈਂ ਸੋਚਿਆ ਤੇ ਆਈ ਸੀ ਬੋਸਕੀ ਦੇ ਹਵਾਲੇ ਨਾਲ ਗੱਲ ਕਰਨ ਦਾ। ਕਿਉਂਕਿ ਮੈਂ ਸੋਚਿਆ, ਮੈਂ ਕਿਹਾ ਕੱਲ ਮੇਰੇ ਜ਼ੇਨ 'ਚ ਆਇਆ, ਮੈਂ ਕਿਹਾ ਹੁਣ ਬੋਸਕੀ ਕਿਤੇ ਨਜ਼ਰ ਹੀ ਨਹੀਂ ਆਉਂਦੀ। ਕਿਸੇ ਵੀ ਸ਼ਾਦੀ ਤੇ ਦੇਖੋ ਬੰਦੇ ਰੰਗ ਬਰੰਗੇ ਕੁੜਤੇ ਪਾ ਕੇ ਖੜੇ ਨੇ ਬਈ, ਤੇ ਉਹ ਬੋਸਕੀ ਕਿੱਥੇ ਚਲੀ ਗਈ ਜਿਹੜੀ ਸਾਡੀ ਬੰਦਿਆਂ ਦੀ ਇੰਨੀ ਪਛਾਣ ਸੀ ਕਿ ਉਹ ਬੋਸਕੀ ਦੇ ਕੁੜਤੇ ਤੇ ਖੁੱਸੇ, ਉਹ ਨਾਯਾਬ ਹੋ ਗਈਆਂ ਚੀਜ਼ਾਂ। ਉਹ ਪਤਾ ਨਹੀਂ ਉਹ ਜ਼ਮਾਨਾ ਖਾ ਗਿਆ। ਹੁਣ ਕੋਈ ਬੰਦਾ ਕਦੀ ਕਿਸੇ ਬੋਸਕੀ ਦੇ ਕੁੜਤੇ 'ਚ ਤੁਹਾਨੂੰ ਨਜ਼ਰ ਨਹੀਂ ਆਏਗਾ ਜਿਸ ਤਰ੍ਹਾਂ ਉਸ ਜ਼ਮਾਨੇ 'ਚ ਨਜ਼ਰ ਆਉਂਦੇ ਸਨ। ਬਹਿਰਹਾਲ ਜ਼ਮਾਨੇ ਦੀ ਗੱਲ ਏ, ਤੇ ਉਹ ਅੱਜ ਉਹੀ ਕਿਹਾ ਜਾਂਦਾ ਹੈ ਕਿ ਬੰਦਾ ਉਹੀ ਹੈ ਕਿ ਜ਼ਮਾਨੇ ਦੇ ਨਾਲ ਚਲੋ ਬਈ, ਜ਼ਮਾਨਾ ਜੋ ਜਿਸ ਤਰ੍ਹਾਂ ਚਾਲ ਚੱਲਦਾ ਵੇ ਤੁਸੀਂ ਵੀ ਉਹੀ ਚਾਲ ਚੱਲਣੀ ਸ਼ੁਰੂ ਕਰ ਦੇਵੋ ਤਾਂ ਠੀਕ ਹੈ ਬਈ। ਤੇ ਕਿ ਉਹ ਜ਼ਮਾਨੇ ਦੇ ਨਾਲ ਚੱਲਣਾ ਚਾਹੀਦਾ। ਤੇ ਉਹ ਇਹ ਚੀਜ਼ਾਂ ਜਿਹੜੀਆਂ ਨੇ ਨਾਯਾਬ ਹੋ ਗਈਆਂ ਨੇ, ਪਰ ਉਹ ਅਸੀਂ ਉਹਨਾਂ ਨੂੰ ਫਿਰ ਜ਼ਿਕਰ ਤੇ ਕਰਨਾ ਹੈ ਨਾ ਉਹਨਾਂ ਦਾ, ਉਹਨਾਂ ਨੂੰ ਭੁੱਲਣਾ ਤੇ ਨਹੀਂ ਹੈ ਨਾ। ਤੇ ਬਈ ਹੁਣ ਇਹ ਵੀ ਕਿ ਅੱਜ ਮੈਂ ਗੱਲ ਕਾਫੀ ਮੇਰੀ ਲੰਬੀ ਹੋ ਗਈ ਹੈ, ਤੇ ਫਿਰ ਇਨਸ਼ਾਅੱਲਾ ਮੈਂ ਬਾਕੀ ਚੀਜ਼ਾਂ ਤੁਹਾਨੂੰ ਫਿਰ ਕਿਸੇ ਦਿਨ ਦੱਸਣੀਆਂ ਜਿਹੜੀਆਂ ਇਸ ਹਵਾਲੇ ਦੇ ਨਾਲ ਨੇ। ਤੇ ਹੁਣ ਮੈਂ ਚੱਲਦੀ ਹਾਂ, ਚਲੋ ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਲਤੀਫਾ ਸੁਣਾ ਦਿੰਦੀ ਹਾਂ। ਇੱਕ ਕੁੜੀ ਕਹਿੰਦੀ ਹੈ ਕਿ ਮੈਨੂੰ ਡਰਾਈ ਫਰੂਟ ਬੜਾ ਪਸੰਦ ਹੈ। ਤੇ ਉਹ ਮੁੰਡਾ ਕਹਿੰਦਾ ਵੇ, ਅੱਛਾ ਵੀ ਮੈਨੂੰ ਘਰ 'ਚ ਸਾਰੇ ਛੁਆਰਾ ਛੁਆਰਾ ਕਹਿੰਦੇ ਨੇ।
ਇਹਦੇ ਨਾਲ ਹੀ ਹੁਣ ਮੈਂ ਗੱਲ ਖਤਮ ਕਰਨੀ ਆ ਆਪਣੀ। ਫਿਰ ਅਸੀਂ ਮਿਲਦੇ ਹਾਂ ਇੱਕ ਨਵੀਂ ਯਾਦ ਦੇ ਨਾਲ ਤੇ ਇੱਕ ਨਵੀਂ ਕਿਸੇ ਨਾਯਾਬ ਚੀਜ਼ ਦੇ ਨਾਲ, ਨਾਯਾਬ ਗੱਲ ਦੇ ਨਾਲ ਅਸੀਂ ਤੁਹਾਡੀ ਖਿਦਮਤ 'ਚ ਆਉਂਦੇ ਹਾਂ। ਜੇ ਤੁਹਾਨੂੰ ਮੇਰਾ ਸਾਥ ਅੱਛਾ ਲੱਗਦਾ ਹੋਵੇ, ਤੁਹਾਨੂੰ ਕੋਈ ਮੇਰੀ ਗੱਲ ਅੱਛੀ ਲੱਗਦੀ ਹੈ, ਮੈਨੂੰ ਬੋਸਕੀ ਦੇ ਹਵਾਲੇ ਨਾਲ ਅਗਰ ਕਿਸੇ ਦੇ ਜ਼ੇਹਨ ਵਿੱਚ ਹੈ ਨਾ, ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਬੋਸਕੀ ਘੋੜਾ ਮਾਰਕਾ ਹੁੰਦੀ ਸੀ, ਪਰ ਉਹ ਕਿਹੜਾ ਨੰਬਰ ਕਿਹੜਾ ਹੁੰਦਾ ਸੀ, ਉਹ ਮੈਂ ਨੰਬਰ ਭੁੱਲ ਗਈ ਹਾਂ। ਤੁਸੀਂ ਮੈਨੂੰ ਜ਼ਰੂਰ ਦੱਸਿਓ ਅਗਰ ਕਿਸੇ ਨੂੰ ਯਾਦ ਹੋਵੇ ਤੇ ਕਮੈਂਟ ਕਰਕੇ ਤੁਸੀਂ ਮੈਨੂੰ ਦੱਸਿਓ। ਅਗਰ ਤੁਹਾਨੂੰ ਮੇਰਾ ਸਾਥ ਅੱਛਾ ਲੱਗਦਾ ਹੈ, ਮੇਰੀ ਕੋਈ ਗੱਲ ਅੱਛੀ ਲੱਗਦੀ ਹੈ, ਤੇ ਫਿਰ ਤੁਸੀਂ ਮੈਨੂੰ ਲਾਈਕ ਕਰ ਦਿਓ। ਲਾਈਕ ਕਰਨ 'ਚ ਯਕੀਨ ਮੰਨੋ ਕੋਈ ਖਰਚਾ ਨਹੀਂ ਹੈ, ਬਸ ਇਸ ਤਰ੍ਹਾਂ ਤੁਸੀਂ ਕਰਨਾ ਤਾਂ ਲਾਈਕ ਹੋ ਜਾਣਾ ਵੇ, ਤੇ ਮੈਂ ਖੁਸ਼ ਹੋ ਜਾਣਾ ਕਿ ਚਲੋ ਵੀ ਮੈਨੂੰ ਲਾਈਕ ਮਿਲ ਗਿਆ ਵੇ। ਤੇ ਅਗਰ ਤੁਸੀਂ ਚਾਹੋ ਤਾਂ ਲਾਈਕ ਕਰ ਦਿਓ। ਤੇ ਫਿਰ ਮਿਲਦੇ ਹਾਂ ਇਨਸ਼ਾਅੱਲਾ ਨਵੀਂ ਕਿਸੇ ਨਾਯਾਬ ਗੱਲ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ।